ਵਰਿਆਮ ਸਿੰਘ ਸੰਧੂ ਦੀ ਕਹਾਣੀ ਅਨੋਖਾ ਰਾਹੀ। ਗੜ 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 ਇੰਨੇ ਜ਼ੋਰ ਦੀ ਬੱਦਲ ਗਰਜਿਆ ਜਿਵੇਂ ਆਕਾਸ਼ ਫਟ ਗਿਆ ਹੋਵੇ ਤੇ ਉਸਦੀ ਸੋਚ ਲੜੀ ਟੁੱਟ ਗਈ। ਉਸ ਚਾਰੇ ਪਾਸੇ ਨਜ਼ਰਾਂ ਫੇਰੀਆਂ। ਹਨੇਰਾ ਹੀ ਹਨੇਰਾ ਸਾਰੀ ਧਰਤੀ ਨੂੰ ਆਪਣੀ ਬੁੱਕਲ ਵਿੱਚ ਲਪੇਟੀ ਖੜਾ ਸੀ। ਸੰਘਣਾ ਉਜਾੜ ਜੰਗਲ ਤੇ ਵਿੱਚ ਉਹ ਇਕੱਲਾ ਤੁਰਿਆ ਜਾ ਰਿਹਾ ਸੀ, ਪਰ ਉਹਦੇ ਸੰਗ ਬੜਾ ਵੱਡਾ ਪਿਆਰਾ ਤੇ ਹਿੰਮਤੀ ਦਿਲ ਸੀ। ਉਸਨੂੰ ਮਹਿਸੂਸ ਹੋਇਆ ਉਹ ਇਕੱਲਾ ਨਹੀਂ। ਉਹਦਾ ਦਿਲ ਤੇ ਉਸ ਵਿਚਲਾ ਲੱਖਾਂ ਗਰੀਬ ਮਜ਼ਲੂਮਾਂ ਦਾ ਪਿਆਰ ਵੀ ਉਹਦਾ ਸਾਥੀ ਸੀ। ਨਹੀਂ, ਉਹ ਇੱਕ ਨਹੀਂ ਸੀ, ਉਹ ਲੱਖਾਂ ਕਰੋੜਾਂ ਦਾ ਮਹਿਬੂਬ ਸੀ। ਇੰਜ ਉਹ ਆਪ ਵੀ ਲੱਖ ਕਰੋੜ ਸੀ। ਉਹ ਸੋਚਿਆ, ਉਹ ਇਹਨਾਂ ਲੋਕਾਂ ਨੂੰ ਕਿੰਨਾ ਪਿਆਰ ਕਰਦਾ ਹੈ। ਇਹਨਾਂ ਲਈ ਆਪਣਾ ਸਭ ਕੁਝ ਵਾਰ ਕੇ ਵੀ ਇਹਨਾਂ ਨੂੰ ਖੁਸ਼ ਰੱਖਣਾ ਚਾਹੁੰਦਾ ਹੈ। ਇਹਨਾਂ ਦੀ ਕੋਈ ਵੀ ਗੱਲ ਉਹ ਮੋੜ ਨਹੀਂ ਸਕਦਾ। ਉਹ ਆਪ ਤਾਂ ਚਾਹੁੰਦਾ ਸੀ ਲੜਾਈ ਵਿੱਚ ਦੁਸ਼ਮਣ ਨਾਲ ਦੋ ਹੱਥ ਕਰੇ, ਪਰ ਉਸਦੇ ਇਹਨਾਂ ਪਿਆਰੇ ਸੰਗੀਆਂ ਨੇ ਕਿਹਾ ਸੀ, ਕੌਮ ਨੂੰ ਤੁਹਾਡੀ ਲੋੜ ਹੈ। ਜਿਹੜੇ ਪੌਦੇ ਨੂੰ ਲਾਇਆ ਹੈ ਉਹਨੂੰ ਅਜੀਤ ਜੁਝਾਰ ਤੇ ਉਹਨਾਂ ਜਿਹੇ ਅਨੇਕਾਂ ਸੂਰਬੀਰਾਂ ਦਾ ਖੂਨ ਪੈ ਰਿਹਾ ਹੈ, ਪਰ ਮਾਲੀ ਤੁਸੀਂ ਹੋ। ਤੁਹਾਡੀ ਸਾਂਭ ਬਾਝੋਂ ਇਹ ਸੁੱਕ ਜਾਣਾ ਹੈ, ਮੁਰਝਾ ਜਾਣਾ ਹੈ, ਤੇ ਇਸ ਦੇ ਮੁਰਝਾ ਜਾਣ ਤੇ ਖਿੜ ਰਹੇ ਭਾਰਤੀ ਗਰੀਬ ਮਜ਼ਲੂਮ ਵੀ ਮੁਰਝਾ ਜਾਣੇ ਨੇ। ਇਸ ਨੂੰ ਜਿੰਦਾ ਰੱਖਣ ਲਈ ਜਿਵੇਂ ਵੀ ਹੋ ਸਕਦਾ ਹੈ ਗੜੀ ਛੱਡ ਦਿਓ। ਅਖੀਰ ਉਸਨੂੰ ਕਹਿਣੀ ਮੰਨਣੀ ਪਈ ਸੀ। ਸੰਗਤ ਦੇ ਹੁਕਮ ਅੱਗੇ ਸਿਰ ਝੁਕਾਉਣਾ ਪਿਆ ਸੀ, ਪਰ ਚੁੱਪਚਾਪ ਤੁਰ ਜਾਣਾ ਉਹਦੀ ਅੰਦਰਲੀ ਅਣਖ ਮੰਨੀ ਨਾ। ਤਾੜੀਆਂ ਮਾਰ ਕੇ ਲਲਕਾਰ ਕੇ, ਸਿੱਖਾਂ ਦਾ ਪੀਰ ਚੱਲਿਆ ਜੇ, ਆਓ ਫੜ ਲਓ, ਕਹਿੰਦਾ ਉਹ ਮਰਦ ਕਾਲੀ ਰਾਤ ਵਿੱਚ ਦੁਸ਼ਮਣ ਦੀਆਂ ਸਫਾਂ ਨੂੰ ਚੀਰਦਾ ਨਿਕਲ ਆਇਆ ਸੀ। ਕਿਉਂਕਿ ਉਹਨੇ ਲਾਏ ਹੋਏ ਬੂਟੇ ਨੂੰ ਪਾਲਣਾ ਸੀ, ਉਹਨੂੰ ਹੋਰ ਪਿਆਰਨਾ ਸੀ। ਹੁਣ ਉਹ ਸੋਚ ਰਿਹਾ ਸੀ, ਉਹਦੇ ਸਾਥੀ ਠੀਕ ਹੀ ਕਹਿੰਦੇ ਸਨ, ਮਰ ਜਾਣ ਨਾਲੋਂ ਲੋਕਾਂ ਲਈ ਜਿਉਂਦੇ ਰਹਿ ਕੇ ਕੰਮ ਕਰਨਾ ਵਧੇਰੇ ਔਖਾ ਹੈ। ਤੇ ਉਹਨੇ ਪਿਆਰ ਦੇ ਰਾਹ ਤੇ ਤੁਰਦਿਆਂ ਇਸ ਕਠਿਨ ਕੰਮ ਨੂੰ ਕਰਨ ਦੀ ਸੁਗੰਧ ਚੁੱਕੀ ਸੀ। ਜੀਵਨ ਦੇ ਚੰਗੇ ਪਾਸੇ ਲਈ ਉਸ ਕੋਲ ਪਿਆਰ ਸੀ, ਸਨੇਹ ਸੀ। ਤੁਰਿਆ ਜਾਂਦਿਆਂ ਉਹਦੇ ਬੁੱਲ ਫਰਕ ਉੱਠੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉੱਪਰ ਆਕਾਸ਼ ਵਿੱਚ ਬੱਦਲ ਗਰਜਿਆ। ਬਿਜਲੀ ਦੀ ਤੇਜ਼ ਚਾਨਣੀ ਲਾਸ ਹਨੇਰੇ ਦੀ ਹਿੱਕ ਵਿੱਚ ਚੀਰ ਦੇ ਗਈ। ਉਹ ਤੁਰਦਾ ਤੁਰਦਾ ਇੱਕ ਪਲ ਲਈ ਅਟਕ ਗਿਆ। ਠੰਡੀ ਹਵਾ ਦਾ ਸੀਤ ਬੁੱਲਾ ਸੂਈਆਂ ਬਣ ਕੇ ਉਹਦੇ ਸਰੀਰ ਨੂੰ ਵਿੰਨ ਗਿਆ। ਕਹਿਰਾਂ ਦੀ ਠੰਡ ਸੀ। ਨੰਗੇ ਪੈਰ ਸੁੰਨ ਹੁੰਦੇ ਜਾ ਰਹੇ ਸਨ। ਗਲ ਦਾ ਚੋਲਾ ਪਾਟ ਕੇ ਲੀਰੋ ਲੀਰ ਹੋਇਆ ਪਿਆ ਸੀ। ਮੱਖਣ ਵਰਗੇ ਸਰੀਰ ਤੇ ਗੜਿਆਂ ਵਰਗੀ ਠੰਡ ਦਾ ਅਕੜਾ ਚੜ੍ਹਦਾ ਪਿਆ ਸੀ। ਦਸੰਬਰ ਦੀ ਇਹ ਠੰਡ ਹੱਥ ਪੈਰ ਝਾੜਦੀ ਪਈ ਸੀ। ਬਿਜਲੀ ਚਮਕੀ ਤੇ ਉਹਦੀ ਮੁੱਠ ਵਿੱਚ ਘੁੱਟੀ ਕਿਰਪਾਨ ਲਿਸ਼ਕ ਉੱਠੀ। ਉਸ ਕਿਰਪਾਨ ਨੂੰ ਤਾਂ ਕਰਕੇ ਸੀਨੇ ਨਾਲ ਘੁੱਟ ਲਿਆ। ਇਸੇ ਕਿਰਪਾਨ ਨੇ ਹੀ ਭਾਰਤ ਦੀ ਹਨੇਰੀ ਰਾਤ ਵਿੱਚ ਚਾਨਣ ਦੀਆਂ ਕਿਰਨਾਂ ਰੁਸ਼ਨਾਈਆਂ ਸਨ। ਇਹ ਕਿਰਪਾਨ ਉਹਦੀ ਹਮੇਸ਼ਾ ਦੀ ਵਫਾਦਾਰ ਸਾਥਣ ਸੀ, ਜਿਹੜੀ ਜ਼ੁਲਮ ਦੇ ਫੁੱਲੇ ਢਿੱਡ ਤੇ ਹਰ ਵੇਲੇ ਵੱਜਣ ਲਈ ਤਤਪਰ ਸੀ। ਉਸਨੂੰ ਕੇਸਗੜ੍ਹ 'ਚ ਲਿਸ਼ਕਦੀ ਕਿਰਪਾਨ ਦਾ ਚੇਤਾ ਆਇਆ। ਇਹ 5 ਸਿਰ ਮੰਗਦੀ ਸੀ। ਪ੍ਰੀਖਿਆ ਦਾ ਪਰਚਾ ਕਿੰਨਾ ਕਰੜਾ ਤੇ ਦਿਲ ਡੁਲਾ ਦੇਣ ਵਾਲਾ ਸੀ। ਇੱਕ ਪਲ ਲਈ ਉਹਦੀਆਂ ਅੱਖਾਂ ਅੱਗੇ ਉਹ ਦ੍ਰਿਸ਼ ਆ ਗਿਆ। ਸੁੰਨਸਾਨ, ਚੁੱਪਚਾਪ, ਸੰਨਾਟਾ। ਰੱਜ ਰੱਜ ਕੇ ਕੜਾਹ ਦੇ ਗੱਫੇ ਛਕਣ ਵਾਲੇ ਖਿਸਕਦੇ ਜਾ ਰਹੇ ਸਨ। ਸਹਿਮੇ ਸਹਿਮੇ ਪੀਲੇ ਪੀਲੇ ਚਿਹਰੇ, ਸਦੀਆਂ ਦੀ ਗੁਲਾਮੀ ਦੇ ਪ੍ਰਤੀਕ। ਪਰ ਹਿੰਮਤ ਕਦੀ ਮਰਦੀ ਨਹੀਂ। 1 2 3 4 ਤੇ 5। ਜਿਹੜੀ ਕੌਮ ਲਈ ਸੱਚੇ ਦਿਲੋਂ 5 ਵਿਅਕਤੀ ਵੀ ਮਰਨ ਲਈ ਨਿੱਤਰ ਸਕਦੇ ਨੇ, ਉਹ ਕੌਮ ਕਦੀ ਮਰ ਨਹੀਂ ਸਕਦੀ। ਲੋੜ ਕਿਸੇ ਚੰਗੀ ਤੇ ਪਿਆਰੀ ਅਗਵਾਈ ਦੀ ਹੈ,
ਤੇ ਫਿਰ ਉਹ ਪੰਜਾਂ ਦਾ ਪਿਆਰਾ ਖੰਡੇ ਦੀ ਧਾਰ ਵਿੱਚੋਂ ਅੰਮ੍ਰਿਤ ਛਕਾ ਕੇ ਪੰਜਾਂ ਨੂੰ ਗਿੱਦੜੋਂ ਸ਼ੇਰ ਬਣਾ ਰਿਹਾ ਸੀ। ਆਪੇ ਗੁਰੂ ਤੇ ਆਪੇ ਚੇਲਾ ਬਣ ਰਿਹਾ ਸੀ। ਮੁਸਕਰਾਉਂਦੀ ਕਿਰਪਾਨ ਨੇ ਉਸ ਦਿਨ ਜ਼ੁਲਮੀ ਖੂਨ ਦੀ ਸਿਆਹੀ ਨਾਲ ਕਲਮ ਦੀ ਨੋਕ ਬਣ ਕੇ ਨਵਾਂ ਇਤਿਹਾਸਿਕ ਕਾਂਡ ਲਿਖਣ ਦੀ ਕਸਮ ਚੁੱਕੀ ਸੀ। ਉਸ ਕਾਂਡ ਦੇ ਨਾਇਕਾਂ ਨੇ ਹਰ ਤਕਦੀਰ ਨੂੰ ਤੀਰ ਦੇ ਸਾਹਮਣੇ ਝੁਕਾ ਦੇਣ ਦਾ ਪ੍ਰਣ ਕਰ ਲਿਆ ਸੀ। ਉਫ! ਤਿੱਖੀ ਸੂਲ ਪੈਰ 'ਚ ਚੁੱਭ ਗਈ। ਉਸ ਪੈਰ ਉੱਪਰ ਚੁੱਕ ਕੇ ਸੂਲ ਖਿੱਚਣੀ ਚਾਹੀ, ਪਰ ਉਹ ਪੈਰ 'ਚ ਜ਼ਿਆਦਾ ਧਸ ਚੁੱਕੀ ਸੀ। ਅੱਧ ਵਿੱਚ ਹੀ ਟੁੱਟ ਗਈ। ਖੂਨ ਨਾਲ ਉਹਦੀਆਂ ਉਂਗਲਾਂ ਸਿੱਲੀਆਂ ਹੋ ਗਈਆਂ। ਕਿਰਨਮ ਕਿਰਨੀ ਕੋਈ ਕਣੀ ਡਿੱਗ ਰਹੀ ਸੀ। ਇੰਝ ਲੱਗਦਾ ਸੀ ਉਹਦੇ ਦੁੱਖ ਵਿੱਚ ਦੁਖੀ ਹੋ ਕੇ ਆਕਾਸ਼ ਵੀ ਰੋ ਪਿਆ ਸੀ। ਆਕਾਸ਼ ਨੇ ਬਿਜਲੀ ਦੀ ਲਿਸ਼ਕ ਇੱਕ ਵਾਰ ਫੇਰ ਉਸ ਅਨੋਖੇ ਰਾਹੀ ਦਾ ਪਤਾ ਕਰਨ ਲਈ ਭੇਜੀ ਕਿ ਵੇਖਿਓ ਕਿਵੇਂ ਇਸ ਅੰਤਾਂ ਦੇ ਦੁੱਖ 'ਚ ਬੋੜੀ ਕਰ ਰਿਹਾ ਹੈ, ਕਿਵੇਂ ਸਾਰਾ ਪਰਿਵਾਰ ਤਾਜ ਤਖਤ ਗਵਾ ਕੇ ਸਰਦੀ ਨਾਲ ਠੁਰ ਕਰਦਾ ਜੰਗਲ 'ਚ ਭੌਂਦਾ, ਪੈਰਾਂ ਵਿੱਚ ਕੰਡੇ ਚੁਭਵਾਉਂਦਾ ਆਪਣੀ ਦੁੱਖਾਂ ਭਰੀ ਜ਼ਿੰਦਗੀ ਤੇ ਝੂਰ ਰਿਹਾ ਹੈ। ਬਿਜਲੀ ਦੀ ਲਿਸ਼ਕ ਉਹਦੇ ਚਿਹਰੇ ਤੇ ਪਈ। ਸਾਰੇ ਆਕਾਸ਼ ਦੇ ਜਿਵੇਂ ਹੈਰਾਨੀ 'ਚ ਦੰਦ ਜੁੜ ਗਏ। ਇੰਨੀ ਕਸ਼ਟਾਂ 'ਚ ਘਿਰਿਆ ਉਹ ਫਿਰ ਵੀ ਮੁਸਕਰਾ ਰਿਹਾ ਸੀ। ਚਿਹਰੇ ਤੇ ਕਿਸੇ ਅਜੀਬ ਉਤਸ਼ਾਹ ਦੀ ਲਾਲੀ ਸੀ। ਅੱਖਾਂ 'ਚ ਚਮਕ ਸੀ, ਪਰ ਅਥਰੂਆਂ ਦੀ ਨਹੀਂ, ਸਗੋਂ ਹਰ ਔਕੜ ਨੂੰ ਘੁੱਟ ਕੇ ਗਲ ਨਾਲ ਲਾ ਮਿਲਣ ਦੀ। ਇੱਕ ਪਲ ਲਈ ਤੁਰਦੀ ਜਾਂਦੀ ਹਵਾ ਨੂੰ ਵੀ ਆਕਾਸ਼ ਨੇ ਹੱਥ ਦੇ ਕੇ ਰੋਕ ਲਿਆ। ਆਕਾਸ਼ ਤੇ ਹਵਾ ਗੱਲੀਂ ਜੁਟ ਗਏ ਸਨ। ਜੰਗਲ ਦਾ ਪੱਤਾ ਜਿਵੇਂ ਉਹਨਾਂ ਦੀਆਂ ਗੱਲਾਂ ਸੁਣਨ ਲਈ ਸ਼ਾਂਤ ਹੋ ਗਿਆ ਸੀ। ਮੈਂ ਤਾਂ ਹੈਰਾਨ ਹਾਂ, ਇਹ ਰਾਹੀ ਅਜੇ ਵੀ ਮੁਸਕਰਾਉਂਦਾ ਹੈ, ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਅਜੇ ਥੋੜ੍ਹੇ ਚਿਰ ਦੀ ਤਾਂ ਗੱਲ ਹੈ। ਆਕਾਸ਼ ਨੇ ਹਵਾ ਨੂੰ ਸੰਬੋਧਨ ਕੀਤਾ। ਕੀ? ਕਿਹੜੀ ਗੱਲ? ਹਵਾ ਦੀਆਂ ਹੈਰਾਨੀ 'ਚ ਅੱਖਾਂ ਚੌੜੀਆਂ ਹੋ ਗਈਆਂ। ਉਹ ਜਿਵੇਂ ਇੱਕੋ ਵਾਰੀ ਸਭ ਕੁਝ ਪੁੱਛ ਲੈਣਾ ਚਾਹੁੰਦੀ ਸੀ। ਥੋੜ੍ਹੇ ਚਿਰ ਦੀ ਗੱਲ ਤਾਂ ਹੈ। ਤੂੰ ਵੀ ਵੇਖਿਆ ਹੋਵੇਗਾ ਆਪਣੀ ਅੱਖੀਂ ਚਮਕੌਰ ਦਾ ਸਾਰਾ ਨਜ਼ਾਰਾ। ਹਾਂ, ਤੂੰ ਗੱਲ ਕਰ। ਉੱਥੇ ਇਹਦੇ 2 ਪੁੱਤਰ ਇਹਦੀਆਂ ਅੱਖਾਂ ਸਾਹਮਣੇ ਵੈਰੀ ਨਾਲ ਲੜਦਿਆਂ ਸ਼ਹੀਦ ਹੋ ਗਏ। ਗੱਲ ਅਜੇ ਆਕਾਸ਼ ਦੇ ਮੂੰਹ ਵਿੱਚ ਹੀ ਸੀ ਕਿ ਹਵਾ ਵਿੱਚੋਂ ਬੋਲ ਪਈ, ਤੇ ਛੋਟੇ 2 ਤੇ ਉਹਨਾਂ ਦੀ ਦਾਦੀ ਜੋ ਇਹਦੀ ਮਾਂ ਹੈ, ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਮੈਂ ਹੁਣੇ ਵੇਖ ਕੇ ਆ ਰਹੀ ਹਾਂ। ਛੱਡਣਾ ਉਹਨਾਂ ਨੂੰ ਵੀ ਕਿਸੇ ਨਹੀਂ। ਆਕਾਸ਼ ਕੁਝ ਦੇਰ ਚੁੱਪ ਰਿਹਾ ਤੇ ਤੁਰੇ ਜਾਂਦੇ ਰਾਹੀ ਵੱਲ ਤੱਕਦਾ ਰਿਹਾ। ਹਵਾ ਉਸਦੇ ਮੂੰਹ ਵੱਲ ਵੇਖ ਰਹੀ ਸੀ। ਅਚਾਨਕ ਜਿਵੇਂ ਕੋਈ ਭੁੱਲੀ ਗੱਲ ਯਾਦ ਆ ਜਾਂਦੀ ਹੈ, ਆਕਾਸ਼ ਬੋਲ ਪਿਆ। ਪੁੱਤ ਦਿਲਾਂ ਦਾ ਲਹੂ ਪਾ ਕੇ ਜਵਾਨ ਕੀਤੇ ਹੁੰਦੇ ਹਨ। ਤੱਤੀ ਹਵਾ ਦਾ ਬੁੱਲਾ ਵੀ ਜਦੋਂ ਉਹਨਾਂ ਨੂੰ ਛੂੰਹਦਾ ਹੈ ਤਾਂ ਮਾਪਿਆਂ ਦੇ ਲਹੂ 'ਚ ਜਿਵੇਂ ਕੀੜੀਆਂ ਤੁਰਨ ਲੱਗ ਪੈਂਦੀਆਂ ਨੇ। ਉਹਨਾਂ ਦਾ ਸੀਨਾ ਦਰਦ ਨਾਲ ਪੀੜ ਹੋ ਉੱਠਦਾ ਹੈ। ਪਰ ਤੂੰ ਵੇਖਿਆ ਸੀ ਕਿਵੇਂ ਵੱਡੇ ਪੁੱਤਰ ਨੂੰ ਪਹਿਲਾਂ ਇਹਨੇ ਦਸਤਾਰ 'ਤੇ ਕਲਗੀ ਲਾ ਕੇ ਸ਼ਿੰਗਾਰਿਆ, ਫਿਰ ਸ਼ਸਤਰਾਂ ਨਾਲ ਸਜਾਇਆ, ਆਪ ਹੱਥ ਵਿੱਚ ਤਲਵਾਰ ਫੜਾਈ, ਘੁੱਟ ਕੇ ਛਾਤੀ ਨਾਲ ਲਾਇਆ, ਚੁੰਮਿਆ ਤੇ ਹੱਸਦੇ ਦੂਸਰਿਆਂ ਸਿੰਘਾਂ ਦੇ ਰੋਕਦਿਆਂ ਵੀ ਆਪਣੇ ਲਾਲ ਨੂੰ 10 ਲੱਖ ਦੁਸ਼ਮਣ ਨਾਲ ਲੜਨ ਲਈ ਭੇਜ ਦਿੱਤਾ ਤੇ ਸਿੰਘਾਂ ਨੂੰ ਕਹਿਣ ਲੱਗਾ, ਮੇਰੇ ਪੁੱਤਰ ਜੇ ਸਭ ਤੋਂ ਪਹਿਲਾਂ ਨਹੀਂ ਤਾਂ ਸਭ ਤੋਂ ਅਖੀਰ ਵਿੱਚ ਸ਼ਹੀਦ ਹੋਣ ਲਈ ਵੀ ਨਹੀਂ ਰੱਖੇ ਜਾ ਸਕਦੇ। ਅਟਕ ਕੇ ਆਕਾਸ਼ ਇਹ ਸਭ ਕੁਝ ਕਹਿ ਗਿਆ। ਅੱਗੇ ਉਹਦੀ ਜ਼ਬਾਨ ਕੁਝ ਕਹਿਣ ਤੋਂ ਰੁਕ ਗਈ। ਸ਼ਾਇਦ ਉਹ ਸੋਚ ਰਿਹਾ ਸੀ ਕਿ ਕੋਈ ਕਿਵੇਂ ਆਪਣੇ ਮੱਖਣਾਂ ਨਾਲ ਪਾਲੇ ਪੁੱਤਰਾਂ ਨੂੰ ਹੱਸਦਿਆਂ ਮੁਸਕਰਾਉਂਦਿਆਂ ਮੌਤ ਦੇ ਮੂੰਹ ਵੱਲ ਤੋਰ ਸਕਦਾ ਹੈ। ਹਾਂ, ਮੈਂ ਇਹ ਸਾਰਾ ਆਪ ਪਈ ਤੱਕਦੀ ਸਾਂ। ਅੜਿਆ ਪਤਾ ਨਹੀਂ ਇਹਦੇ ਪੁੱਤਰ ਤੇ ਸਿਪਾਹੀ ਵੀ ਕਿਹੜੀ ਮਿੱਟੀ ਦੇ ਬਣੇ ਹੋਏ ਸਨ। ਕਿੰਨੀ ਲਾਲੀ ਤੇ ਚਾਅ ਸੀ ਇਹਦੇ ਪੁੱਤਰਾਂ ਦੇ ਚਿਹਰਿਆਂ 'ਤੇ, ਗੁਲਾਬ ਦੇ ਫੁੱਲ ਵਾਂਗ ਜਿਵੇਂ ਟਹਿਕ ਪਏ ਸਨ। ਲੜਾਈ ਦੇ ਮੈਦਾਨ 'ਚ ਤਲਵਾਰਾਂ ਤੇ ਨੇਜ਼ੇ ਖਾਂਦੇ ਸਨ ਤਾਂ ਲਹੂ ਦੀ ਤਤੀਰੀ ਛੁੱਟਦੀ ਸੀ। ਪਤਾ ਨਹੀਂ ਉਹਨਾਂ ਦੇ ਡੁੱਲੇ ਲਹੂ 'ਚ ਕਿਹੜੀ ਮਹਿਕ ਸੀ। ਮੈਂ ਉਦੋਂ ਦੀ ਸੁਗੰਧਤ ਹੋਈ ਪਈ ਹਾਂ, ਥਾਂ 'ਤੇ ਬਾਵਰੀ ਹੋਈ ਭੱਜੀ ਫਿਰਦੀ ਹਾਂ। ਦਿਲ ਕਰਦਾ
ਹਰ ਕੋਈ ਮੇਰੀ ਉਸ ਖੂਨ ਭਿੱਜੀ ਸੁਗੰਧੀ 'ਚ ਸਾਹ ਲਵੇ ਤੇ ਉਹਦਾ ਖੂਨ ਵੀ ਇਹਦੇ ਲਾਲਾਂ ਵਰਗਾ ਰੰਗਲਾ ਹੋ ਉੱਠੇ। ਉਸ ਸੁਗੰਧੀ 'ਚ ਲਾਹਾ ਲੈਣ ਵਾਲਾ ਵੀ ਇੰਝ ਹੀ ਆਪਣੀ ਪਿਆਰੀ ਧਰਤੀ ਦੀ ਇੱਜ਼ਤ ਤੇ ਅਣਖ ਲਈ ਲੜੇ। ਹਵਾ ਦੇ ਦਿਲ 'ਚ ਕਿੰਨਾ ਕੁਝ ਭਰਿਆ ਪਿਆ ਸੀ। ਸ਼ੁਕਰ ਏ ਤੂੰ ਮੇਰਾ ਨਾਮ ਵੀ ਲਿਆ ਏ। ਕੋਈ ਤੀਸਰਾ ਉਹਨਾਂ ਦੀਆਂ ਗੱਲਾਂ 'ਚ ਸ਼ਾਮਲ ਹੋ ਗਿਆ ਸੀ। ਤੂੰ ਕੌਣ ਏ? ਹਵਾ ਤੇ ਆਕਾਸ਼ ਇਕੱਠੇ ਬੋਲ ਪਏ। ਮੈਂ ਭਾਰਤ ਦੀ ਦੁੱਖਾਂ ਮਾਰੀ ਧਰਤੀ ਹਾਂ। ਇਹ ਮੇਰਾ ਹੀਰਾ ਪੁੱਤਰ ਮੇਰਾ ਦੁੱਖ ਨਹੀਂ ਸਹਾਰ ਸਕਿਆ। ਮੇਰੇ ਦੂਜੇ ਪੁੱਤਰਾਂ ਦੀ ਪੀੜ ਨਹੀਂ ਸਹਿ ਸਕਿਆ। ਮੇਰੇ ਤੇ ਆਪਣੇ ਭਰਾਵਾਂ ਦੇ ਸੁੱਖ ਬਦਲੇ ਇਹਨੇ ਆਪਣੇ ਪੁੱਤਰ ਵਾਰ ਦਿੱਤੇ ਨੇ। ਮੇਰੇ ਹਰ ਹੰਝੂ ਵਿੱਚ ਇਹਦੇ ਪੁੱਤਾਂ ਪਿਆਰਿਆਂ ਦਾ ਖੂਨ ਰਚ ਗਿਆ ਹੈ। ਮੈਂ ਆਪਣੇ ਇਸ ਛਿੰਦੇ ਪੁੱਤ ਤੋਂ ਕੁਰਬਾਨ ਜਾਂਦੀ ਹਾਂ। ਇਸ ਸੋਹਣੇ ਲਾਲ ਤੋਂ ਸਦਕੜੇ ਜਾਂਦੀ ਹਾਂ। ਇੱਕਦਮ ਧਰਤੀ ਦੀਆਂ ਬੁੱਲੀਆਂ ਬੰਦ ਹੋ ਗਈਆਂ। ਉਹਦਾ ਪੁੱਤਰ ਕਿਸੇ ਇੱਟ ਨਾਲ ਠੇਡਾ ਲੱਗਣ ਕਰਕੇ ਡਿੱਗ ਪਿਆ ਸੀ। ਪੈਰ ਤੇ ਅੰਗੂਠੇ ਦਾ ਨਹੁੰ ਸੱਟ ਨਾਲ ਉਖੜ ਗਿਆ। ਉਹ ਉੱਠਿਆ। ਸੂਲਾਂ ਤੇ ਕੰਡਿਆਂ ਵਾਲੇ ਝਾੜਾਂ 'ਚ ਉਹਦਾ ਸਰੀਰ ਪੱਛਿਆ ਗਿਆ ਸੀ। ਬਾਜਾਂ ਵਾਲਾ, ਤਾਜਾਂ ਵਾਲਾ, ਸ਼ਾਹੀ ਵਰਦੀਆਂ ਵਾਲਾ, ਕਲੰਗੀਆਂ ਵਾਲਾ ਅੱਜ ਸਭ ਕਾਸੇ ਤੋਂ ਬਿਨਾਂ ਤੁਰਿਆ ਜਾ ਰਿਹਾ ਸੀ। ਕੋਈ ਚੀਜ਼ ਕੋਲ ਨਹੀਂ ਸੀ, ਕੇਵਲ ਇੱਕੋ ਕਿਰਪਾਨ ਕੋਲ ਸੀ, ਜਿਸ ਨੂੰ ਉਹ ਕਿਸੇ ਮਾਸ਼ੂਕ ਵਾਂਗ ਪਲ ਪਲ ਪਿੱਛੋਂ ਚੁੰਮਦਾ ਸੀ। ਰਾਤ ਅੱਧੀ ਤੋਂ ਉੱਪਰ ਬੀਤ ਚੁੱਕੀ ਸੀ। ਤੁਰਦਾ ਤੁਰਦਾ ਉਹ ਥੱਕ ਗਿਆ। ਇੱਕ ਰੁੱਖ ਹੇਠਾਂ ਬੈਠ ਗਿਆ। ਨੀਂਦ ਨਾਲ ਬਦੋ-ਬਦੀ ਪਲਕਾਂ ਮੀਚਦੀਆਂ ਜਾ ਰਹੀਆਂ ਸਨ। ਉਸ ਲਾਗੋਂ ਇੱਕ ਪੱਥਰ ਚੁੱਕ ਕੇ ਤੁਰਨ ਲੱਗਾ ਤਾਂ ਪੈਰ ਹੇਠਾਂ ਕੋਈ ਬੜੀ ਕੂਲੀ ਤੇ ਨਰਮ ਜਿਹੀ ਚੀਜ਼ ਆ ਗਈ। ਛੇਤੀ ਨਾਲ ਪੈਰ ਚੁੱਕ ਕੇ ਉਹਨੇ ਗਹੁ ਨਾਲ ਤੱਕਿਆ। ਇੱਕ ਲੰਮਾ ਸਾਰਾ ਸੱਪ ਹਨੇਰੇ ਵਿੱਚ ਪਰਾਂ ਨੂੰ ਤਿਲਕਦਾ ਜਾ ਰਿਹਾ ਸੀ। ਉਹ ਮੁਸਕਰਾ ਪਿਆ। ਪੱਥਰ ਹੇਠਾਂ ਰੱਖ ਕੇ ਉਹਦੇ ਉੱਪਰ ਬੈਠ ਗਿਆ। ਜੰਗਲ ਦੀ ਉਜਾੜ ਵਿੱਚ ਕੋਈ ਭਿਆਨਕ ਜਾਨਵਰ ਬੋਲਿਆ ਤੇ ਫਿਰ ਚੁੱਪ ਹੋ ਗਈ। ਅੜੀਏ ਵੇਖ, ਸੱਪ ਨੂੰ ਕੁਝ ਵੀ ਨਹੀਂ ਸੀ ਕਿਹਾ। ਸੱਪ ਪਰੇ ਤੁਰ ਗਿਆ ਏ ਨਾ, ਤਦ ਕਰਕੇ। ਨਾਲੇ ਇਹ ਤਾਂ ਜ਼ੁਲਮ ਦੇ ਨਾਗ ਦੀਆਂ ਸਿਰੀਆਂ ਫੇਣ ਲਈ ਜੰਮਿਆ। ਹਵਾ ਨੇ ਧਰਤੀ ਨੂੰ ਕਿਹਾ। ਹਾਂ, ਮੈਂ ਇਹਨੂੰ ਬੜੀ ਚੰਗੀ ਤਰ੍ਹਾਂ ਜਾਣਦੀ ਹਾਂ। ਇਹ ਕਿਸੇ ਨੂੰ ਡਰ ਨਹੀਂ ਦਿੰਦਾ, ਪਰ ਕਿਸੇ ਦਾ ਡਰ ਮੰਨਦਾ ਵੀ ਨਹੀਂ। ਇਸ ਸੱਪ ਨੇ ਉਹਨੂੰ ਡਰਾਇਆ ਨਹੀਂ, ਸਗੋਂ ਸੱਪ ਤਾਂ ਪਾਸੇ ਹੋ ਤੁਰਿਆ। ਇਹ ਉਹਨੂੰ ਕਾਹਨੂੰ ਕੁਝ ਆਖੇਗਾ। ਬੜਾ ਹੀ ਚੰਗਾ ਮੇਰਾ ਲਾਲ, ਮੇਰਾ ਗੋਬਿੰਦ। ਇਹ ਕਹਿੰਦਿਆਂ ਧਰਤੀ ਦੀ ਹਿੱਕ ਮਣਾ ਮੂੰਹ ਚਾਅ ਤੇ ਮਾਣ ਨਾਲ ਲੱਦੀ ਪਈ ਸੀ। ਉਹਨੂੰ ਆਪਣੇ ਪੁੱਤਰ ਉੱਤੇ ਅੰਤਾਂ ਦਾ ਮਾਣ ਸੀ। ਇਹ ਤਾਂ ਜਾਬਰਾਂ ਤੇ ਧੱਕਾ ਕਰਨ ਵਾਲਿਆਂ ਦਾ ਮੂੰਹ ਭੰਨਦਾ। ਆਹੋ ਭੈਣਾ, ਡਰ ਤਾਂ ਇਹਦੇ ਵੱਡਿਆਂ ਵਡੇਰਿਆਂ ਵੀ ਨਹੀਂ ਕਿਸੇ ਦਾ ਮੰਨਿਆ। ਫਿਰ ਇਹ ਕਿਵੇਂ ਮੰਨੇ? ਪਤਾ ਹੀ ਨਾ, ਤੂੰ ਵੀ ਉਦੋਂ ਮੇਰੇ ਨਾਲ ਰੋ ਉੱਠੀ ਸੈਂ। ਆਕਾਸ਼ ਧਰਤੀ ਨੂੰ ਕਹਿ ਰਿਹਾ ਸੀ। ਫਿਰ ਉਹਨੇ ਹਵਾ ਨੂੰ ਕਿਹਾ, ਤੂੰ ਵੀ ਉਸ ਦਿਨ ਦੁਖੀ ਹੋ ਕੇ ਬੜੇ ਵਰੋਲੇ ਖਾਧੇ ਸੀ। ਗੱਲ ਹੈ ਹੀ ਦੁਖੀ ਹੋਣ ਵਾਲੀ ਸੀ। ਕਿਹੜੀ ਗੱਲ ਪਿਆ ਕਰਦਾ ਏ ਤੂੰ? ਹਵਾ ਨੇ ਵਿੱਚੋਂ ਟੋਕ ਕੇ ਪੁੱਛਿਆ। ਇਹਦੇ ਪਿਤਾ ਦੀ। ਜਦੋਂ ਉਹਨੇ ਕਿਸੇ ਜ਼ਾਲਮ ਦਾ ਡਰ ਨਹੀਂ ਸੀ ਮੰਨਿਆ ਤੇ ਹੱਸਦਿਆਂ ਹੋਇਆਂ ਆਪਣੇ ਲੋਕਾਂ ਲਈ ਆਪਣਾ ਸੀਸ ਘਟਾ ਦਿੱਤਾ ਸੀ। ਆਕਾਸ਼ ਨੇ ਕਿਹਾ, ਇਹਦੇ ਵੱਡਿਆਂ ਦੀਆਂ ਕਿਆ ਗੱਲਾਂ ਕਰਦੇ ਹੋ। ਇਹਦਾ ਪੜਦਾਦਾ ਜ਼ੁਲਮ ਨਾਲ ਲੜਦਾ ਤੱਤੀਆਂ ਤਵੀਆਂ ਤੇ ਭੁੱਜ ਗਿਆ, ਪਰ ਸੀ ਨਾ ਆਖੇ। ਜ਼ੁਲਮ ਵਿਰੁੱਧ ਲੜਨਾ ਤਾਂ ਇਹਨੂੰ ਵਿਰਸੇ 'ਚ ਮਿਲਿਆ। ਇਹ ਕਿਉਂ ਨਾ? ਧਰਤੀ ਕਹਿੰਦੀ ਕਹਿੰਦੀ ਰੁਕ ਗਈ। ਹਵਾ ਨੇ ਉਹਦੇ ਬੁੱਲ੍ਹਾਂ ਤੇ ਉਂਗਲ ਰੱਖ ਕੇ ਉਹਨੂੰ ਚੁੱਪ ਹੋ ਜਾਣ ਲਈ ਕਿਹਾ ਸੀ। ਧਰਤੀ ਦਾ ਪੁੱਤਰ ਗਾ ਰਿਹਾ ਸੀ। ਕਿਹਾ ਦਰਦ, ਕਿਹਾ ਸੋਜ਼ ਉਹਦੀ ਆਵਾਜ਼ ਵਿੱਚ ਸੀ। ਹਰ ਸ਼ਬਦ ਵਿੱਚ ਨਵਾਂ ਉਤਸ਼ਾਹ ਸੀ, ਨਵਾਂ ਭਰੋਸਾ ਤੇ ਸਿਦਕ ਸੀ। ਜੰਗਲ ਦੀਆਂ ਉਜਾੜਾਂ 'ਚ ਉਹਦੀ ਸੰਤੁਸ਼ਟ ਤੇ ਸੰਗੀਤਕ ਆਵਾਜ਼ ਤਾਰੀਆਂ ਲਾ ਉੱਠੀ। ਵਾਤਾਵਰਨ ਨਿੱਘਾ ਜਿਹਾ ਹੋ ਗਿਆ। ਪੱਥਰ ਤੇ ਬੈਠਾ ਉਹ ਗਾਈ ਜਾ ਰਿਹਾ ਸੀ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦਾ ਰਹਿਣਾ।
ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਤਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਹੌਲੀ ਹੌਲੀ ਅੰਤਲੀ ਤੁਕ ਉਸ ਖਤਮ ਕੀਤੀ, ਜਿਵੇਂ ਕਲ ਕਲ ਕਰਦਾ ਝਰਨਾ ਨਿਵਾਨ ਵੱਲ ਵਹਿ ਰਿਹਾ ਹੋਵੇ। ਫਿਰ ਗੁਣਗੁਣਾਉਂਦਾ ਹੋਇਆ ਬਾਂਹ ਸਰਾਣੇ ਦੇ ਕੇ ਸੌਂ ਗਿਆ। ਹੇਠਾਂ ਸੂਲਾਂ ਸਨ, ਕੰਡੇ ਸਨ। ਸਿਦਕ ਨਾਲ ਉਹਦੀ ਛਾਤੀ ਨੱਕੋ ਨੱਕ ਭਰੀ ਪਈ ਸੀ। ਕਿਰਪਾਨ ਉਹਦੀ ਛਾਤੀ ਉੱਪਰ ਉਹਦੇ ਕੋਲ ਸੀ। ਉਹ ਬੜੀ ਗੂੜੀ ਨੀਂਦ ਵਿੱਚ ਸੌਂ ਗਿਆ ਸੀ। ਹਾਏ ਨੀ ਮੈਂ ਘੋਲ ਘੱਤੀ ਇਸ ਤੋਂ, ਅੜੀਏ ਨਾ ਸਿਦਕ। ਹਵਾ ਦਾ ਇਹ ਕਹਿੰਦਿਆਂ ਗਲਾ ਭਰ ਆਇਆ। ਅੱਥਰੂ ਉਹਦੇ ਨੈਣਾਂ 'ਚ ਅਟਕ ਗਏ। ਨੀ ਸਿਦਕ ਵੀ ਇਹਨੂੰ ਵਿਰਸੇ 'ਚ ਮਿਲਿਆ। ਵੀਰ ਸੂਰਜ ਨੂੰ ਆ ਲੈਣ ਦੇ, ਉਸ ਨੂੰ ਪੁੱਛ ਵੇਖੀ, ਅਸਮਾਨ ਨੂੰ ਵੀ ਪੁੱਛ ਲੈ, ਪਰ ਤੈਨੂੰ ਕਿਹੜਾ ਭੁੱਲਿਆ ਇਹਦੇ ਪੜਦਾਦੇ ਦਾ ਹਾਲ। ਧਰਤੀ ਉਹਨੂੰ ਚੇਤਾ ਕਰਾ ਰਹੀ ਸੀ। ਨੀ ਜਾਣਦੀਆਂ ਚੰਗੀ ਤਰ੍ਹਾਂ। ਤੱਤੀ ਲੋਹ ਉੱਤੇ ਬੈਠਾ ਭਾਂਬੜ ਮੱਚਦੇ, ਸਿਰ ਵਿੱਚ ਤੱਤੀ ਰੇਤਾ ਪੈਂਦੀ, ਅਜੇ ਵੀ ਮੈਨੂੰ ਉਸੇ ਤਰ੍ਹਾਂ ਦਿਸ ਰਿਹਾ। ਆਪਣੇ ਮੁਸਲਮਾਨ ਫਕੀਰ ਸਾਥੀ ਨੂੰ ਕਹਿੰਦਾ ਨਜ਼ਰ ਆ ਰਿਹਾ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਆਕਾਸ਼ ਬੜੇ ਚਿਰਾਂ ਤੋਂ ਚੁੱਪ ਸੀ। ਉਹ ਵੀ ਬੋਲ ਪਿਆ, ਇਹ ਮਰਦ ਹੈ, ਇਸ ਵਿੱਚ ਮਰਦਾਂ ਦਾ ਖੂਨ ਹੈ। ਉਹ ਖੂਨ ਜਿਹੜਾ ਜ਼ੁਲਮ ਸਾਹਵੇਂ ਡਟ ਜਾਣ ਦੀ ਹਿੰਮਤ ਰੱਖਦਾ ਹੈ। ਮਰਦਾਂ ਦੇ ਪੁੱਤਰ ਮਰਦ ਹੀ ਹੁੰਦੇ ਹਨ। ਇਹਦੇ ਆਪਣੇ ਪੁੱਤਰਾਂ ਨੂੰ ਵੇਖ ਲਓ। ਇੱਕ ਪਲ ਅਟਕ ਕੇ ਉਹ ਫੇਰ ਬੋਲਿਆ, ਮੇਰੀ ਗੱਲ ਯਾਦ ਰੱਖਿਓ, ਇਹਦੇ ਸਿਪਾਹੀ ਆਉਣ ਵਾਲੇ ਇਤਿਹਾਸ ਵਿੱਚ ਇੰਝ ਹੀ ਸੱਚ ਨੂੰ ਪਿਆਰਦੇ ਰਹਿਣਗੇ ਤੇ ਜ਼ੁਲਮ ਦਾ ਨਾਸ ਕਰਨ ਲਈ ਜਾਨਾਂ ਵਾਰਦੇ ਰਹਿਣਗੇ। ਹਵਾ ਬੋਲ ਪਈ, ਤੂੰ ਠੀਕ ਆਖਦਾ ਹੈ, ਬਿਲਕੁਲ ਠੀਕ। ਜ਼ੁਲਮ ਕਿਤੇ ਹੁਣੇ ਨਹੀਂ ਮਰ ਜਾਣਾ। ਜ਼ੁਲਮ ਨਾਲ ਲੜਨ ਲਈ ਅਜੇ ਇਹ ਆਪ ਜ਼ਿੰਦਾ ਹੈ ਤੇ ਫਿਰ ਇਹਦੀ ਰੂਹ ਦੀ ਪ੍ਰੇਰਨਾ ਨਾਲ ਇਹਦੀ ਸੰਤਾਨ ਵੀ ਜ਼ੁਲਮ ਨਾਲ ਲੜੇਗੀ। ਚੰਗਿਆਈ ਤੇ ਬੁਰਾਈ ਦੀ ਲੜਾਈ ਬੜੀ ਲੰਮੀ ਹੈ। ਆਪਾਂ ਅਜੇ ਬੜਾ ਕੁਝ ਹੋਰ ਵੇਖਣਾ ਹੈ, ਇਹਨੇ ਅਜੇ ਬੜਾ ਕੁਝ ਹੋਰ ਕਰਨਾ ਹੈ। ਕਹਿੰਦੀ ਕਹਿੰਦੀ ਹਵਾ ਤੁਰ ਪਈ। ਆਕਾਸ਼ ਦੀ ਹਿੱਕ ਵਿੱਚੋਂ ਚੜ੍ਹਦੇ ਪਾਸੇ ਲਾਲੀ ਉੱਭਰ ਪਈ। ਚਿੜੀਆਂ ਚਹਿਚਹਾ ਉੱਠੀਆਂ। ਉਸ ਮਰਦ ਅਗੰਮੜੇ ਨੇ ਵੀ ਅੱਖਾਂ ਖੋਲ੍ਹੀਆਂ। ਕਿਰਪਾਨ ਉਹਦੀ ਮੁੱਠ ਵਿੱਚ ਫਸੀ ਪਈ ਸੀ। ਚੜ੍ਹਦੀ ਊਸ਼ਾ ਦੀ ਲਾਲੀ ਨੇ ਕਿਰਪਾਨ ਨੂੰ ਵੀ ਲਾਲ ਸੂਆ ਕਰ ਦਿੱਤਾ ਸੀ। ਉਹ ਸੰਗੜਾਈ ਭਰੀ ਤੇ ਉੱਠ ਕੇ ਖੜੋ ਗਿਆ। ਕਿਰਪਾਨ ਨੂੰ ਚੁੱਕ ਕੇ ਬੁੱਲ੍ਹਾਂ ਕੋਲ ਲਿਆਂਦਾ ਤੇ ਦੋਵੇਂ ਬੁੱਲ੍ਹ ਉਹਦੇ ਉੱਪਰ ਰੱਖ ਦਿੱਤੇ। ਪੁੱਛ ਦੀ ਆਵਾਜ਼ ਆਈ ਤੇ ਉਹ ਅਨੋਖਾ ਰਾਹੀ ਹੱਥ ਵਿੱਚ ਕਿਰਪਾਨ ਘੁਮਾਉਂਦਾ ਅੱਗੇ ਤੁਰ ਪਿਆ, ਜਿਵੇਂ ਅਟਕਣਾ ਉਹਦਾ ਕੰਮ ਨਹੀਂ, ਜੰਗਲਾਂ ਨੂੰ ਚੀਰਦੇ ਤੁਰੇ ਜਾਣਾ ਹੀ ਉਹਦਾ ਆਦਰਸ਼ ਹੈ। ਧੰਨਵਾਦ।